जिस समस्या बारे अज असीं गलबात कर रहे हैं तुसीं उस तो जानू हो। बहुत सारिया फिल्मां भी आईयां ने, बहुत सारी इस दे बारे गलबात भी हो रही है, पर की हकीकत विच इस दे बारे असीं घरां दे विच बैठ के विचार चर्चा शुरू कीती है या सिर्फ छोटे पर्दे उत्ते या अखबारां 'च पढ़ के असीं इसनूं साइड लाइन कर दिंदे हां। इस इशू के उत्ते अज जिस विषय की गलबात कर रहे हैं, आओ कुछ होर जानकारी लैंदे हां दी सेखों ते सतविंदर बेंस तो। जी, ब्रेक तो पहला जिस तरह तुसीं कहा सी गर्ल काइंड फाउंडेशन जिहड़ी बनाई गई, सो ਇਹਦੇ ਵਿੱਚ ਤੁਸੀਂ ਅਵੇਅਰਨੈਸ ਦੀ ਗੱਲ ਕੀਤੀ ਕਿ ਮੈਂ ਦੇਣਾ ਚਾਹੁੰਦੀ ਹਾਂ ਲੋਕਾਂ ਵਿੱਚ ਜਾ ਕੇ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਇਸਦਾ ਸਕਸੈਸ ਹੋਇਆ, ਬਟ ਅਦਰਵਾਈਜ਼ ਹਾਊ ਯੂ ਟਰਾਈਂਗ ਟੂ ਰੀਚ ਦ ਯੰਗਸਟਰਸ ਐਂਡ ਸਪੈਸ਼ਲੀ ਜਿਸ ਤਰ੍ਹਾਂ ਸਤਿੰਦਰ ਜੀ ਨੇ ਗੱਲ ਕੀਤੀ ਕਿ ਇੱਕ ਮਾਈਂਡਸੈਟ ਜਿਹੜਾ ਹੈ ਉਸ ਨੂੰ ਚੇਂਜ ਕਰਨ ਵਿੱਚ ਸਮਾਂ ਲੱਗ ਸਕਦਾ ਹੈ। ਸੋ ਆਰ ਯੂ ਟਰਾਈਂਗ ਟੂ ਰੀਚ ਦੈਟ ਕੈਟੇਗਰੀ ਆਲਸੋ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਲੇਡੀਜ਼ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜ਼ਿਆਦਾਤਰ ਲੇਡੀਜ਼ ਹੀ ਲੇਡੀਜ਼ ਨਾਲ ਡਿਸਕ੍ਰਿਮੀਨੇਸ਼ਨ ਕਰਦੀਆਂ ਕਿ ਸੱਸ ਜਾਂ ਸਿਸਟਰ ਇਨ ਲਾ ਜਾਂ ਕੋਈ ਹੋਰ ਹੋਏ, ਇਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ। ਸੋ ਹਾਊ ਯੂ ਟਰਾਈਂਗ ਟੂ ਰੀਚ ਦੈਟ ਕੈਟੇਗਰੀ? Well, we're raising awareness through different avenues, but the film It's a Girl itself is a great tool that explains the issue of gendercide really well. So what we've been doing is holding screenings of the film. We've held 3 screenings so far, and we're bringing the film to Surrey January 23rd to Kwantlen University. So that's another form of people understanding what the issue is, creating dialogue, creating conversation, getting that going, and taking that home, taking that message home and bringing it up with your families and talking about these issues and saying, did this really happen? Is this happening? Why is this happening? And just starting right there, right within your own families and spreading it. If we can help the next generation of girls being more empowered and having less of the stress that my generation of women do in bearing a son, then we're in the right direction. But the main premise is we know what the issue is. We're not going to be silent. We're going to be vocal and we're going to be visible, and we're taking a step forward. And that is what Girl Kind is about, taking the first step in this issue to bring it to an end. And it's going to take time. It's going to take time, and it's going to take all of our efforts. Right. Oh, that's wonderful. हाँ जी, ਜਿਹੜਾ ਸਵਾਲ ਕਿਉਂਕਿ ਤੁਸੀਂ ਉਸ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਕਲਚਰ 'ਚ ਕਾਫੀ ਜ਼ਿਆਦਾ ਨੇ ਕਿ ਨਾ ਚਾਹੁੰਦੇ ਹੋਏ ਵੀ ਜਦੋਂ ਪਰਿਵਾਰ ਦਾ ਪ੍ਰੈਸ਼ਰ ਪੈਂਦਾ ਤੇ ਖਾਸ ਤੌਰ 'ਤੇ ਮਦਰ ਇਨ ਲਾ ਜਾਂ ਕੋਈ ਹੋਰ ਪਰਿਵਾਰ ਦੇ ਵਿੱਚ ਲੇਡੀਜ਼ ਹੈਗੀਆਂ ਨੇ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਤੁਸੀਂ ਕੀ ਸਮਝ ਰਹੇ ਹੋ, ਕੀ ਕੁਝ ਉਸ ਸੈਕਟਰ ਦੇ ਵਿੱਚ ਤਬਦੀਲੀ ਕੋਈ ਆ ਰਹੀ ਹੈ? ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਹਰਪ੍ਰੀਤ ਸਿੰਘ ਜੀ, ਤੁਸੀਂ ਕਿਹਾ ਨਾ ਕਿ ਤੀਵੀਆਂ ਨਾਲ ਵਿਤਕਰਾ ਕਰਦੀਆਂ, ਐਕਚੁਅਲੀ ਤੀਵੀਆਂ ਵੀ ਪਾਵਰਲੈਸ ਨੇ। ਇਹ ਆਪਾਂ ਕਹਿਣਾ ਬੜਾ ਸੁਖਾਲਾ ਹੈ ਕਿ ਤੀਵੀਆਂ ਦਾ ਪਾਵਰ ਹੀ ਹੈ ਨਹੀਂਗਾ, ਉਹ ਕਿਹਦੇ ਨਾਲ ਵਿਤਕਰਾ ਕਰਨ, ਉਹਨਾਂ ਨਾਲ ਹੀ ਕਰਨਾ ਜਿਹੜਾ ਵੀਕ ਹੈ, ਉਹ ਵੀਕ ਆਦਮੀ ਨਹੀਂ ਹੈ। ਪ੍ਰੈਸ਼ਰ ਉਤੋਂ ਮਰਦ ਤੋਂ ਪੈ ਰਿਹਾ ਹੈ। ਹਾਂਜੀ, ਇਹ ਬਹੁਤ ਗਲਤ ਫਹਿਮੀ ਹੈ ਕਿ ਤੀਵੀਆਂ ਨੂੰ ਕਰਦੀਆਂ। ਐਕਚੁਅਲੀ ਉਹਨਾਂ ਨੂੰ ਸਮਝਣਾ ਬਹੁਤ ਔਖਾ ਹੈ ਕਿ ਤੀਵੀਆਂ ਕਿਉਂ ਕਰਦੀਆਂ। ਜਦੋਂ ਤੋਂ ਜਨਮ ਹੁੰਦਾ ਹੈ ਉਹ ਕਹਿੰਦੀ ਹੈ ਤੂੰ ਕਿਸੇ ਦੀ ਧੀ ਹੈ, ਫਿਰ ਤੂੰ ਕਿਸੇ ਦੀ ਵਾਈਫ ਹੈ, ਫਿਰ ਤੂੰ ਕਿਸੇ ਦੀ ਮਾਂ ਹੈ, ਫਿਰ ਤੂੰ ਕਿਸੇ ਦੀ ਦਾਦੀ ਹੈ, ਨਾਨੀ ਹੈ। ਕਦੇ ਉਹ ਤੀਵੀਂ ਦੀ ਆਇਡੈਂਟੀਟੀ ਬਣਦੀ ਨਹੀਂ। ਆਇਡੈਂਟੀਟੀ ਕ੍ਰਾਈਸਿਸ ਜਾ ਰਹਿੰਦਾ ਹੈ। ਸੋ ਇਟਸ ਵੈਰੀ ਕੰਪਲੈਕਸ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਿਉਂ ਹੁੰਦਾ ਇਹ, ਆਪਾਂ ਕਿੱਦਾਂ ਬਦਲ ਸਕਦੇ ਹਾਂ। ਇਹ ਤਾਂ ਜੀ ਬਹੁਤ ਚਰਚਾ ਚਾਹੀਦੀ ਹੈ। ਆਪਾਂ ਇੰਡੀਵਿਜੂਅਲ ਸਟੈਂਡ ਲੈਣਾ ਚਾਹੁੰਦੇ, ਮੈਂ ਵੀ ਲੈਂਦੀ ਹਾਂ, ਤੁਸੀਂ ਵੀ ਲਓ ਕਿ ਅਸੀਂ ਆਪਣੇ ਆਪ ਇਹ ਸਟੈਂਡ ਲਵਾਂਗੇ। ਇਸ ਤਰ੍ਹਾਂ मूवमेंट बन जाती है। ये नहीं गा कि असी किसी ਨੂੰ ਉਡੀਕ ਰਹੇ ਹਾਂ ਕੋਈ ਅਵਤਾਰ ਆਏਗਾ ਤੇ ਉਹ ਕਹੇਗਾ ਗੁਰੂ ਨਾਨਕ ਦੇਵ ਜੀ ਆਣਗੇ ਉਹ ਕਹਿਣਗੇ, ਇਹ ਨਹੀਂ ਹੋਣ ਲੱਗਾ। ਇਹ ਤਾਂ ਅਸੀਂ ਆਮ ਜਨਤਾ ਦੇ ਹੱਥਾਂ ਦੇ ਵਿੱਚ ਹੈ, ਅਸੀਂ ਆਪ ਚੇਂਜ ਕਰਨਾ ਹੈ। ਤੇ ਸਾਡਾ ਮਕਸਦ ਤਾਂ ਇਹ ਹੋਣਾ ਚਾਹੀਦਾ ਕਿ ਅਸੀਂ ਛੋਟੇ ਬੱਚਿਆਂ ਨਾਲ ਗੱਲ ਕਰ ਸਕੀਏ ਤਾਂ ਕਿ ਜਿਹੜਾ ਬੱਚਾ ਜਨਮ ਦਿੰਦਾ ਹੈ ਘਰ ਦੇ ਵਿੱਚ, ਸਾਨੂੰ ਸਭ ਤੋਂ ਵੱਡੀ ਇਹ ਗੱਲ ਹੋਣੀ ਚਾਹੀਦੀ ਕਿ ਉਹ ਹੈਲਥੀ ਹੈ, ਉਹ ਠੀਕ ਹੈ, ਉਹਦੇ 10 ਉਂਗਲਾਂ ਨੇ, ਉਹ ਸਾਹ ਲੈਂਦਾ ਠੀਕ ਤਰ੍ਹਾਂ। ਕਈਆਂ ਦੇ ਬੱਚੇ ਨਹੀਂ ਹੁੰਦੇ, ਉਹ ਤਰਸਦੇ ਆ। ਸੋ ਇਹ ਤਾਂ ਸਮਝਣ ਦੀ ਗੱਲ ਹੈ ਤੇ ਇਹ ਸਮਝਾਉਣ ਦੀ ਗੱਲ ਸਭ ਦੀ ਰਿਸਪੌਂਸਿਬਿਲਿਟੀ ਹੈ। ਐਬਸੋਲੂਟਲੀ, ਨੋ ਡਾਊਟ ਅਬਾਊਟ ਇਟ। ਉਹਦੇ ਨਾਲ ਇੱਕ ਹੋਰ ਗੱਲ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਅੱਜ ਦਾ ਜੋ ਸਾਡੇ ਸਿਸਟਮ ਬਣਦਾ ਜਾ ਰਿਹਾ ਹੈ, ਵਿਖਾਵਾ, ਪੈਸਾ, ਇਹ ਸਾਰੀ ਚੀਜ਼ ਜਿਹੜੀ ਹੈ, ਇਹਦਾ ਕਿੰਨਾ ਕੁ ਰੋਲ ਤੁਸੀਂ ਸਮਝਦੇ ਹੋ ਕਿ ਇਹ ਵੀ ਪ੍ਰੈਸ਼ਰਾਈਜ਼ ਕਰਦਾ ਹੈ ਫੈਮਲੀਜ਼ ਨੂੰ ਕਿ ਇਹੋ ਜਿਹਾ ਐਕਸਟ੍ਰੀਮ ਸਟੈਪ ਲੈਣ? ਦੇਖੋ ਜੀ, ਅੱਜ ਕੱਲ੍ਹ ਤਾਂ ਨਾ 1-2 ਬੱਚੇ ਹੀ ਹੁੰਦੇ ਆ। ਉਹ ਦਿਨ ਗਏ ਜਦੋਂ 6-6 ਬੱਚੇ ਵੀ ਉਸ ਟਾਈਮ ਬੰਦੇ ਟਰਾਈ ਕਰਦੇ ਰਹਿੰਦੇ ਸੀ ਜੀ ਮੁੰਡਾ ਹੋਏਗਾ, ਚਲੋ 4 ਕੁੜੀਆਂ ਹੋ ਗਈਆਂ ਹੋਰ। ਹੁਣ ਤਾਂ ਸਾਰੇ ਕਹਿੰਦੇ ਆ ਜੀ 1-2 ਬੱਚੇ ਹੋਣ ਤਾਂ ਸਭ ਤੋਂ ਬੈਟਰ ਹੈ। ਅਫੋਰਡ ਵੀ ਨਹੀਂ ਕਰ ਸਕਦੇ, ਪਰ ਜਿਹੜੇ 1-2 ਬੱਚੇ ਵੀ ਹੁੰਦੇ ਆ ਉਹਨਾਂ ਦੀ ਸ਼ਾਇਦ ਪੈਰੈਂਟਿੰਗ ਨਹੀਂ ਸਿੱਖੀ। ਦੇਖੋ ਆਪਾਂ ਆਪਣੇ ਮਾਂ-ਬਾਪ ਤੋਂ ਸਿੱਖਦੇ ਹਾਂ, ਫਿਰ ਅਸੀਂ ਉਹੀ ਚੀਜ਼ ਆਪਣੇ ਬੱਚਿਆਂ ਤੇ ਕਰਦੇ ਹਾਂ। ਸੋ ਹੁਣ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਆਪਣੇ ਸਾਹਮਣੇ ਨੇ ਉਹ ਨਵੀਆਂ ਪ੍ਰੋਬਲਮਸ ਨੇ, ਪਰ ਸੋਲੂਸ਼ਨਸ ਉਹ ਪੁਰਾਣੀਆਂ ਨੇ। ਤੇ ਸਾਨੂੰ ਨਵੀਆਂ ਸੋਲੂਸ਼ਨਸ ਚਾਹੀਦੀਆਂ। ਉਹ ਕੌਣ ਨੇ ਜਿਹੜੀਆਂ ਨਵੀਆਂ ਸੋਲੂਸ਼ਨਸ ਦੇ ਰਹੇ ਨੇ ਸਾਨੂੰ? ਅੱਜ ਕੱਲ੍ਹ ਕੋਈ ਐਕਚੁਅਲੀ ਤਾਂ ਕੋਈ ਲੀਡਰ ਹੈ ਹੀ ਨਹੀਂ ਸਾਡੀ ਕਮਿਊਨਿਟੀ ਜਿਹਨੂੰ ਆਪਾਂ ਕਹਿ ਸਕੀਏ ਬਈ ਉਹ ਵਧੀਆ ਗੱਲ ਦੱਸਦਾ ਹੈ ਸਾਨੂੰ, ਜਾਂ ਉਹਦੇ ਕੋਲ ਜਾਈਏ ਤਾਂ ਸਾਨੂੰ ਚੰਗੀ ਸਲਾਹ ਮਿਲੇਗੀ। ਅਸੀਂ ਆਮ ਤੌਰ ਤੇ ਟੀਵੀ ਤੇ ਦੇਖਦੇ ਹਾਂ ਜਾਂ ਰੇਡੀਓ ਤੇ ਨਿਰਭਰ ਹਾਂ ਕਿ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ ਤੇ ਅਸੀਂ ਉਹਦੇ ਉੱਤੇ ਕੋਈ ਐਕਟ ਕਰ ਸਕੀਏ। ਸੋ ਇਹ ਸਾਡੀ ਕਮਿਊਨਿਟੀ ਦਾ ਐਕਚੁਅਲੀ ਵੀਕਨੈਸ ਹੈ ਕਿ ਅਸੀਂ ਇੱਕ ਦੂਏ ਨਾਲ ਅੱਛੀ ਤਰ੍ਹਾਂ ਖੁੱਲ੍ਹ ਕੇ ਮਿਲ ਜੋੜ ਕੇ ਗੱਲਬਾਤ ਨਹੀਂ ਕਰ ਸਕਦੇ। Why are you so passionate about this issue and what are your future plans?
Well, I think just the issue itself is just so heartbreaking. I see myself in the eyes of these girls when you see these images of baby girls being abandoned, being raised in orphanages by other people just because they were born a girl. I've been given a chance at life. I'm living the privileged life. Right. The very least I can do is be a voice for them. It's my responsibility to do something just like it is everyone else's. Right. So that's why I'm so passionate about it, and I can talk about it and do something about it, and that's why we're being so active. And Right. if anybody wants to learn more about it and get involved with us, visit girlkind.org for more information. We're updating it regularly. Right. Sign up for our newsletters and volunteer with us. Right, and as you said, you're screening the films also. Yes. But is it just going to be just till releasing the films, or are you trying to create some dialogue also in the future whereby you're going to involve the public at large so that you can come and talk? Because as we said in the beginning only, that we are not ready to accept anything, and then we just share it away, and then ultimately, until unless it becomes a major issue, then we react rather than we are not proactive. This is what we are finding in our communities. That's right. So ਉਹਦੇ ਵਾਸਤੇ ਕੀ ਤੁਸੀਂ future ਦੇ ਵਿੱਚ ਕੁਝ ਸੋਚਦੇ ਹੋ ਕੁਝ ਇਸ ਤਰ੍ਹਾਂ ਕਰਨ ਦਾ? Absolutely. I mean, the screenings is a great tool to use right now, and because it's a worldwide screenings that are happening. Ji. So we're doing that right now. But the idea is of Girlkind was to bring different people on board, whether you're in media, whether you're a scholar, whether you're an artist. Let's bring our ideas together. Right. How can we come up with solutions? Whether we have town hall meetings on this subject, Right. whether we're in the Gurdwaras, whether we're just supporting one another, just supporting that mother that's at home pregnant with her second child, Ji. hoping that it's a boy this time. Whatever that we can do, whether it's media, all kinds of avenues that we're looking at. So we're not going away anytime soon. This is just the beginning. Wonderful. This is just That's the really very good. And towards the end, ਤੁਸੀਂ ਜਿਸ ਤਰ੍ਹਾਂ ਗੁਰਦੁਆਰੇ ਦੀ ਇਹਨਾਂ ਨੇ ਗੱਲ ਕੀਤੀ, ਮੰਦਿਰਾਂ ਦੀ, ਅਸੀਂ ਧਰਮੀ ਲੋਕ ਹੈਗੇ ਆ। ਗੁਰਦੁਆਰੇ ਦੇ ਵਿੱਚ ਬਿਲਕੁਲ ਜਿੱਥੇ ਜਾ ਕੇ ਅਸੀਂ ਮੱਥੇ ਟੇਕਦੇ ਹਾਂ, ਗੁਰੂ ਦੀ ਬਾਣੀ ਸੁਣਦੇ ਹਾਂ, ਪਰ ਨਾਲ ਤੁਸੀਂ ਕੀ ਸਮਝ ਰਹੇ ਹੋ ਕਿ ਹੁਣ ਸਮਾਂ ਇਹ ਵੀ ਆ ਗਿਆ ਕਿ ਸੋਸ਼ਲ ਇਸ਼ੂਜ਼ ਜਿਨ੍ਹਾਂ ਦਾ ਕਿ ਬਹੁਤ ਵੱਡਾ ਇੰਪੈਕਟ ਸਾਡੇ ਸਮਾਜ ਤੇ ਪੈ ਰਿਹਾ ਹੈ, ਇਹਨਾਂ ਬਾਰੇ ਵੀ ਕੁਝ ਡਿਸਕਸ਼ਨ ਸ਼ੁਰੂ ਹੋਣ ਤੇ ਕੁਝ ਇਨਵੋਲਵਮੈਂਟ ਹੋਏ, ਕਿਉਂਕਿ ਜਿੱਥੇ ਅਸੀਂ ਉੱਥੇ ਜਾ ਕੇ ਲੋਕਾਂ ਦੀ ਸੋਚ ਜਿਹੜੀ ਹੈ ਕਾਫੀ ਅਲਾਈਨਡ ਹੈਗੀ ਹੈ, ਤੇ ਕੀ ਉੱਥੋਂ ਜਦੋਂ ਆਵਾਜ਼ ਆਏਗੀ ਤਾਂ ਕੀ ਜ਼ਿਆਦਾ ਪਰਿਵਰਤਨ ਹੋ ਸਕਦਾ ਹੈ? Sada hope ta hega that this could happen, but Right. I have to tell you, Gurdwaras may not be the best place for this. Right. Maybe we put all our eggs in the Gurdwara's basket and hope the Gurdwara is everything to everybody. Right. Maybe it can't be everything to everybody. Right. We have to look for other avenues as well. Certainly the Gurdwaras have a responsibility at the pulpit. They have this mic, they can pass messages, people are sitting, there's an audience. Right. And it's not a message that is wrong against our religion. Oh, It yeah. actually follows the practice of our Absolutely. faith. Yeah. But I think there's also other places we need to explore. Like Deesh has said, have town hall meetings, have meetings with each other, meet Right. around a coffee table, at your kitchen table. It can be that simple. To just expect large religious organizations to then now take this on as well, maybe that's not possible. But the public has to come forward, and that is how things are going to change, not by thinking that somebody else will take this issue. Exactly. Great. Thank you very much for your time and best wishes. ਆਉਣ ਵਾਲੇ ਸਮੇਂ ਵਿੱਚ ਇਹਨਾਂ ਇਸ਼ੂਜ਼ ਨੂੰ ਹੋਰ ਅਸੀਂ ਅੱਗੇ ਲੈ ਕੇ ਆਵਾਂਗੇ. Thank you very much. Thank you, Ji. ਸੋ ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਹੈ ਜੀ, ਇਹ ਬੜੀ ਮਹੱਤਤਾ ਦਾ ਵਿਸ਼ਾ ਹੈਗਾ ਹੈ, ਅਤੇ ਜੋ ਕੁਝ ਤੁਸੀਂ ਸੁਣਿਆ ਇਹ ਤੁਸੀਂ ਸਾਰੇ ਜਾਣੂ ਹੋ ਇਸ ਚੀਜ਼ ਤੋਂ। ਹੁਣ ਸਵਾਲ ਤਾਂ ਇਹ ਹੈ ਕਿ ਕੀ ਅਸੀਂ ਸਿਰਫ ਵੇਟ ਕਰਾਂਗੇ ਜਾਂ ਫਿਰ ਕੋਈ ਐਕਸ਼ਨ ਵੀ ਲਾਂਗੇ। ਇਸ ਦੇ ਬਾਰੇ ਕਿ ਕਿੰਨੀ ਕੁ ਇਹ ਗੰਭੀਰਤਾ ਹੈ ਇਸ ਇਸ਼ੂ ਦੀ, ਇਸ ਬ੍ਰੇਕ ਤੋਂ ਬਾਅਦ ਵਿਖਾਵਾਂਗੇ ਤੁਹਾਨੂੰ ਇੱਕ ਟ੍ਰੇਲਰ ਇਸ ਫਿਲਮ ਦਾ, ਜਿਸ ਦਾ ਨਾਮ ਹੈ ਇਟਸ ਗਰਲ। ਇਸ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰੀਕੇ ਨਾਲ ਅੱਜ ਲੜਕੀਆਂ ਨੂੰ ਜੋ ਹੈ ਸਿਰਫ ਬਿਕੋਜ਼ ਦੇ ਆਰ ਫੀਮੇਲਸ ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਤਾਂ ਇਸ ਵਾਸਤੇ ਇੱਕ ਜ਼ਰੂਰਤ ਹੈ ਸੋਸ਼ਲ ਰੈਵੋਲੂਸ਼ਨ ਦੀ, ਇੱਕ ਪੈਰਾਡਾਈਮ ਸ਼ਿਫਟ ਦੀ, ਕਿ ਸਾਰਿਆਂ ਦੀ ਸੋਚ ਵਿੱਚ ਤਬਦੀਲੀ ਆਵੇ ਅਤੇ ਮਰਦ ਅਤੇ ਔਰਤ ਦੇ ਵਿਚਕਾਰ ਜਿਹੜਾ ਅਸੀਂ ਡਿਫਰੈਂਸਿਸ ਕ੍ਰੀਏਟ ਕੀਤੇ ਨੇ ਉਸ ਨੂੰ ਸਮਾਪਤ ਕਰੀਏ।